हाँ जी स्टूडेंट्स, ਆਪਾਂ डिफरेंशियल इक्वेशन ਦਾ ਬੱਚਾ ਅੱਜ ਨੈਕਸਟ ਚੈਪਟਰ ਸ਼ੁਰੂ ਕਰਨਾ ਹੈ। ਆਪਣੇ 3 ਚੈਪਟਰ ਪਹਿਲਾਂ ਕੰਪਲੀਟ ਹੋ ਚੁੱਕੇ ਨੇ, ਜਿਹਦੇ ਵਿੱਚੋਂ ਅੱਜ ਆਪਣਾ ਟੌਪਿਕ ਹੈਗਾ ਲੀਨੀਅਰ ਇਕੁਏਸ਼ਨਸ ਵਿਦ ਕੌਨਸਟੈਂਟ ਕੋਫੀਸ਼ੀਐਂਟਸ। ਠੀਕ ਹੈ, ਮੀਨਸ ਕਿ ਇਕੁਏਸ਼ਨਸ ਲੀਨੀਅਰ ਗਿਵਨ ਹੋਣਗੀਆਂ ਅਤੇ ਉਹਨਾਂ ਦੇ ਜਿਹੜੇ ਕੋਫੀਸ਼ੀਐਂਟਸ ਹੋਣਗੇ ਉਹ ਕੌਨਸਟੈਂਟ ਹੋਣਗੇ। ਮੀਨਸ ਕਿ ਤੁਹਾਡੇ ਕੋਲ ਜਿਹੜੀਆਂ ਡਿਫਰੈਂਸ਼ੀਅਲ ਇਕੁਏਸ਼ਨਸ ਆਉਣਗੀਆਂ ਉਹ ਇਸ ਫਾਰਮ ਦੀਆਂ ਆਉਣਗੀਆਂ, ਅਤੇ P0 D n y by dx raised to power n plus p1 n minus 1th derivative plus pn y equal to 0 ਮੀਨਸ ਕਿ ਇਹਦੇ ਵਿੱਚ ਤੁਹਾਡੇ ਕੋਲੇ ਜਿਹੜੇ p0 p1 pn ਆਉਣਗੇ ਇਹ ਕੌਨਸਟੈਂਟ ਵੈਲਿਊਜ਼ ਹੋਣਗੀਆਂ। ਠੀਕ ਹੈ ਨਾ, ਤਾਂ ਇਸ ਟਾਈਪ ਦੀਆਂ ਜਦੋਂ ਇਕੁਏਸ਼ਨਸ ਆ ਜਾਣਗੀਆਂ ਤਾਂ ਤੁਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਸਿੰਬੋਲਿਕ ਫਾਰਮ ਦੇ ਵਿੱਚ ਕਨਵਰਟ ਕਰਨਾ। ਸਿੰਬੋਲਿਕ ਫਾਰਮ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਤੁਹਾਡਾ dy by dx ਹੋਊਗਾ ਉਹਨੂੰ ਤੁਸੀਂ ਸਿਰਫ d ਦੇ ਨਾਲ ਰਿਪਲੇਸ ਕਰ ਦੇਣਾ, ਕੈਪੀਟਲ D ਦੇ ਨਾਲ। ਠੀਕ ਹੈ, ਜਿਵੇਂ ਹੁਣ ਤੁਸੀਂ ਦੇਖੋ ਕਿ ਇਹਦੇ ਵਿੱਚ ਆਪਣੇ ਕੋਲ ਇਕੁਏਸ਼ਨ ਸੀਗੀ p0 nth ਡੈਰੀਵੇਟਿਵ, ਫਿਰ ਤੁਸੀਂ ਉਹਨੂੰ ਲਿਖਿਆ p0 d raised to power n। ਤਾਂ ਇਸ ਤਰੀਕੇ ਨਾਲ ਜਦੋਂ ਤੁਸੀਂ ਆਪਣੇ ਡੈਰੀਵੇਟਿਵਸ ਨੂੰ d ਦੀ ਫਾਰਮ ਦੇ ਵਿੱਚ ਰਿਪਲੇਸ ਕਰ ਦੋਗੇ ਤਾਂ ਤੁਹਾਡੀ ਸਿੰਬੋਲਿਕ ਫਾਰਮ ਬਣ ਜੂਗੀ। ਉਸ ਤੋਂ ਬਾਅਦ ਤੁਸੀਂ ਬਣਾਉਣੀ ਹੈ ਆਪਣੀ ਐਗਜ਼ੀਲਰੀ ਇਕੁਏਸ਼ਨ। ਐਗਜ਼ੀਲਰੀ ਇਕੁਏਸ਼ਨ ਕੀ ਹੁੰਦੀ ਹੈ ਕਿ ਜਿਹੜੀ ਤੁਹਾਡੀ ਸਿੰਬੋਲਿਕ ਫਾਰਮ ਹੈ ਉਹਨੂੰ ਤੁਸੀਂ 0 ਦੇ ਨਾਲ ਇਕੁਏਟ ਕਰ ਦੋਗੇ। ਜਦੋਂ ਤੁਸੀਂ ਆਪਣੀ ਇਕੁਏਸ਼ਨ ਨੂੰ ਸਿੰਬੋਲਿਕ ਫਾਰਮ ਨੂੰ 0 ਦੇ ਨਾਲ ਇਕੁਏਟ ਕਰੋਗੇ ਉਹ ਤੁਹਾਡੇ ਕੋਲ ਐਗਜ਼ੀਲਰੀ ਇਕੁਏਸ਼ਨ ਆ ਜੂਗੀ। ਇਸ ਐਗਜ਼ੀਲਰੀ ਇਕੁਏਸ਼ਨ ਨੂੰ ਫਿਰ ਦੈਨ ਆਪਾਂ ਸੋਲਵ ਕਰਾਂਗੇ। ਸੋਲਵ ਕਰਨ ਦਾ ਮੈਥਡ ਕੀ ਹੈ ਬੱਚੇ, ਕਿਸੇ ਵੀ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਵਿਦ ਕੌਨਸਟੈਂਟ ਕੋਫੀਸ਼ੀਐਂਟਸ ਨੂੰ, ਜਿਵੇਂ ਤੁਹਾਡੇ ਕੋਲ ਕੋਈ ਵੀ ਡਿਫਰੈਂਸ਼ੀਅਲ ਇਕੁਏਸ਼ਨ ਦਿੱਤੀ ਹੋਈ ਹੈ ਤੁਸੀਂ ਉਹਨੂੰ ਪਹਿਲਾਂ ਆਪਣੀ ਉਸ ਦੀ ਐਗਜ਼ੀਲਰੀ ਇਕੁਏਸ਼ਨ ਕ੍ਰੀਏਟ ਕਰੋ। ਫਿਰ ਤੁਸੀਂ ਉਸ ਐਗਜ਼ੀਲਰੀ ਇਕੁਏਸ਼ਨ ਦੇ ਰੂਟਸ ਫਾਈਂਡ ਕਰਨੇ ਨੇ ਬਾਏ ਪੁੱਟਿੰਗ, ਤੁਸੀਂ ਡੀ ਦੀਆਂ ਵੈਲਿਊਜ਼ ਕੈਲਕੂਲੇਟ ਕਰਨੀਆਂ ਨੇ। ਹੁਣ ਤੁਸੀਂ ਦੇਖੋ ਕਿ ਡੀ ਦੇ ਵਿੱਚ ਇੱਥੇ n ਡਿਗਰੀ ਦੀ ਇਕੁਏਸ਼ਨ ਹੈ, ਤਾਂ ਜਿੰਨਾ ਆਰਡਰ ਹੋਣਾ ਡਿਫਰੈਂਸ਼ੀਅਲ ਦਾ ਉਨੀ ਡਿਗਰੀ ਦੀ ਐਗਜ਼ੀਲਰੀ ਇਕੁਏਸ਼ਨ ਬਣ ਜੂਗੀ ਨਾ। ਜਿਵੇਂ ਸਪੋਜ਼ ਕਰੋ 2 ਡਿਗਰੀ ਦੀ ਆਪਣੇ ਕੋਲ ਡਿਫਰੈਂਸ਼ੀਅਲ ਇਕੁਏਸ਼ਨ ਹੈ ਤਾਂ ਐਗਜ਼ੀਲਰੀ ਇਕੁਏਸ਼ਨ ਦੀ ਡਿਗਰੀ 2 ਆ ਜੂਗੀ, ਤਾਂ ਉਹਦੇ 2 ਰੂਟ ਆਉਣਗੇ, 2 ਵੈਲਿਊਜ਼ ਆਉਣਗੀਆਂ ਡੀ ਦੀਆਂ। ਕਹਿੰਦੇ ਅਗਰ ਤਾਂ ਤੁਹਾਡੇ ਕੋਲ ਐਗਜ਼ੀਲਰੀ ਇਕੁਏਸ਼ਨ ਦੇ ਰੀਅਲ ਅਤੇ ਡਿਫਰੈਂਟ ਰੂਟਸ ਆਏ ਨੇ, ਸਪੋਜ਼ ਉਹ ਰੂਟਸ ਆ ਗਏ ਤੁਹਾਡੇ ਕੋਲ m1 m2 mn ਵੀ n ਡਿਸਟਿੰਕਟ ਰੀਅਲ ਰੂਟਸ ਆਫ ਐਗਜ਼ੀਲਰੀ ਇਕੁਏਸ਼ਨ, ਅਤੇ ਜਿਸ ਨਾਲ ਤੁਸੀਂ ਇਹਦਾ ਸੋਲਿਊਸ਼ਨ ਲਿਖਣਾ ਹੈ, ਜਨਰਲ ਸੋਲਿਊਸ਼ਨ ਲਿਖਣਾ ਹੈ, ਉਹਨੂੰ ਇਸ ਫਾਰਮ ਦੇ ਵਿੱਚ ਲਿਖਣਾ ਹੈ y ਇਕੁਅਲ ਟੂ c1 ਕੌਨਸਟੈਂਟ ਲੈ ਲੈਣਾ ਇੱਕ, e ਰੇਜ਼ ਟੂ ਪਾਵਰ e ਦੀ ਪਾਵਰ ਦੇ ਵਿੱਚ ਜਿਹੜੀ ਪਹਿਲਾ ਰੂਟ ਆਇਆ ਸੀ ਐਗਜ਼ੀਲਰੀ ਇਕੁਏਸ਼ਨ ਦਾ m1 ਉਹਨੂੰ ਤੁਸੀਂ m1 ਇੰਟੂ x ਦੇ ਫਾਰਮ ਦੇ ਵਿੱਚ ਲਿਖ ਦੇਣਾ, ਪਲੱਸ ਨੈਕਸਟ ਕੌਨਸਟੈਂਟ ਲਓਗੇ ਉਹਦੇ ਨਾਲ ਦੂਸਰੇ ਰੂਟ ਨੂੰ e ਦੀ ਪਾਵਰ ਦੇ ਵਿੱਚ ਲਿਖ ਦੋਗੇ ਇੰਟੂ x ਕਰਕੇ। ਦੈਨ ਇਸੇ ਤਰੀਕੇ ਨਾਲ ਜਿੰਨੇ ਵੀ ਰੂਟ ਆਉਣਗੇ ਤੁਹਾਡੇ ਕੋਲ ਐਗਜ਼ੀਲਰੀ ਇਕੁਏਸ਼ਨ ਦੇ ਤੁਸੀਂ ਉਹਨਾਂ ਨੂੰ 1 ਬਾਏ 1 ਕਰਕੇ ਕੌਨਸਟੈਂਟ ਮਲਟੀਪਲਾਈ ਕਰਕੇ ਲਿਖਦੇ ਜਾਓਗੇ। ਇਹ ਤੁਹਾਡੇ ਕੋਲ ਸੋਲਿਊਸ਼ਨ ਆ ਗਿਆ, ਜਨਰਲ ਸੋਲਿਊਸ਼ਨ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਵਿਦ ਕੌਨਸਟੈਂਟ ਕੋਫੀਸ਼ੀਐਂਟਸ ਦਾ, ਜਿਹਦੇ ਸਾਰੇ ਰੂਟ ਡਿਸਟਿੰਕਟ ਐਂਡ ਰੀਅਲ ਹੋਣਗੇ। ਠੀਕ ਹੈ ਬੱਚੇ, ਫਿਰ ਆ ਜਾਂਦਾ ਕਿ ਰੂਟ ਜਿਹੜੇ ਨੇ ਉਹ ਰੀਅਲ ਤਾਂ ਹੋਣਗੇ ਬਟ ਹੋ ਸਕਦਾ ਹੈ ਕਿ ਕੋਈ ਰੂਟ ਇੱਕ ਤੋਂ ਜ਼ਿਆਦਾ ਵਾਰੀ ਰਿਪੀਟ ਕਰ ਜੇ। ਫਿਰ ਤੁਸੀਂ ਕੀ ਕਰਨਾ ਉਸ ਕੇਸ ਦੇ ਵਿੱਚ, ਜੇ ਮੰਨ ਲਓ ਕੋਈ ਰੂਟ 2 ਵਾਰੀ ਆ ਗਿਆ ਹੈ ਨਾ, ਤਾਂ ਪਹਿਲੇ ਰੂਟ ਨੂੰ ਤਾਂ ਤੁਸੀਂ ਉੱਦਾਂ ਹੀ ਲਿਖਣਾ ਹੈ c1 e ਰੇਜ਼ ਟੂ ਪਾਵਰ m1x, ਪਲੱਸ ਜਦੋਂ ਤੁਸੀਂ c2 ਲਿਖਣਾ ਹੈ ਉਹਦੇ ਨਾਲ ਇੱਕ x ਮਲਟੀਪਲਾਈ ਕਰ ਦੇਣਾ, ਬਾਕੀ ਸਭ ਕੁਝ ਸੇਮ ਹੈ। ਮੀਨਸ ਕਿ ਜਿਵੇਂ ਹੁਣ ਜਿਹੜਾ m1 ਵਾਲਾ ਰੂਟ ਹੈ ਸਪੋਜ਼ ਉਹ ਹਰ 1 ਟਾਈਮਸ ਰਿਪੀਟ ਹੁੰਦਾ ਹੈ ਨਾ, ਤਾਂ ਤੁਸੀਂ ਕੀ ਕੀਤਾ c1 ਪਲੱਸ c2x ਲਿਖਿਆ, ਮੀਨਸ ਕੌਨਸਟੈਂਟ ਐਡ। ਅੱਛਾ, ਜਿੰਨੇ ਵਾਰੀ ਰੂਟ ਰਿਪੀਟ ਹੋਊਗਾ ਉਨੇ ਹੀ ਉਹਦੇ ਕੌਨਸਟੈਂਟ ਆਉਣੇ ਚਾਹੀਦੇ ਨੇ, ਤਾਂ ਤੁਸੀਂ ਜਿਵੇਂ ਮੰਨ ਲਓ 2 ਵਾਰੀ ਰੂਟ ਰਿਪੀਟ ਹੋਇਆ ਤਾਂ ਤੁਸੀਂ ਲਿਖੋਗੇ c1 ਪਲੱਸ c2x e ਰੇਜ਼ ਟੂ ਪਾਵਰ m1x। ਸੇਮ ਇੱਦਾਂ ਹੀ ਜੇ ਤੁਹਾਡੇ ਕੋਲ m2 ਰੂਟ ਰਿਪੀਟ ਹੋਇਆ ਤਾਂ ਤੁਸੀਂ ਇੱਥੇ ਜਿੰਨੇ ਕੌਨਸਟੈਂਟ ਖਤਮ ਹੋ ਗਏ ਉਸ ਤੋਂ ਅਗਲੀ ਕਾਊਂਟਿੰਗ ਇੱਥੇ ਸ਼ੁਰੂ ਕਰ ਲਓਗੇ। ਠੀਕ ਹੈ ਬੱਚੇ, ਨੈਕਸਟ ਆ ਜਾਂਦਾ ਐਗਜ਼ੀਲਰੀ ਇਕੁਏਸ਼ਨ ਹੈਵਿੰਗ ਕੰਪਲੈਕਸ ਰੂਟਸ, ਜਿਹਦੇ ਕੰਪਲੈਕਸ ਰੂਟਸ ਹੋਣਗੇ ਅਲਫਾ ਪਲੱਸ ਆਈਟਾ ਬੀਟਾ ਦੀ ਫਾਰਮ ਦੇ ਵਿੱਚ। ਅੱਛਾ, ਤੁਹਾਨੂੰ ਪਤਾ ਹੈ ਕਿ ਜਿਹੜੇ ਕੰਪਲੈਕਸ ਰੂਟ ਹੁੰਦੇ ਨੇ ਉਹ ਆਲਵੇਜ਼ ਪੇਅਰ ਦੇ ਵਿੱਚ ਚੱਕਰ ਕਰਦੇ ਨੇ, ਤਾਂ ਦਿਟ ਮੀਨਸ ਇਹ 2 ਰੂਟ ਕਵਰ ਕਰਦਾ ਅਤੇ ਇਹਦੇ ਵਿੱਚ 2 ਕੌਨਸਟੈਂਟ ਆਉਣੇ ਚਾਹੀਦੇ ਨੇ, ਤਾਂ ਉਹਨਾਂ ਨੂੰ ਤੁਸੀਂ ਲਿਖੋਗੇ e ਰੇਜ਼ ਟੂ ਪਾਵਰ ਅਲਫਾ x c1 ਫਸਟ ਕੌਨਸਟੈਂਟ ਲੈ ਲਿਆ cos ਆਫ ਬੀਟਾ x, ਮੀਨਸ ਕਿ ਇਸ ਕੰਪਲੈਕਸ ਨੰਬਰ ਦਾ ਜੋ ਰੀਅਲ ਪਾਰਟ ਹੈ ਉਹਨੂੰ ਤੁਸੀਂ e ਦੀ ਪਾਵਰ ਦੇ ਵਿੱਚ ਲਿਖ ਦੇਣਾ, ਅਤੇ ਜੋ ਇਹਦਾ ਕੰਪਲੈਕਸ ਪਾਰਟ ਹੈ ਉਹਨੂੰ ਤੁਸੀਂ ਕੋਸ ਤੇ ਸਾਈਨ ਦੇ ਨਾਲ ਮੈਂਸ਼ਨ ਕਰਕੇ ਮਲਟੀਪਲਾਈ ਕਰਕੇ ਲਿਖ ਦੇਣਾ। ਤਾਂ ਇਹ ਹੈਗਾ ਜਨਰਲ ਸੋਲਿਊਸ਼ਨ ਇਸ ਇਕੁਏਸ਼ਨ ਦਾ, ਜਿਹਦੇ ਰੂਟ ਜਿਹੜਾ ਅਗਰ ਉਹ ਕੰਪਲੈਕਸ ਰੂਟ ਆ ਗਿਆ। ਠੀਕ ਹੈ,
ਤਾਂ ਇਹਨਾਂ ਤਿੰਨ ਤਰੀਕਿਆਂ ਦੇ ਨਾਲ ਤੁਸੀਂ ਆਪਣੀ ਜਿਹੜੀ ਡਿਫਰੈਂਸ਼ੀਅਲ ਇਕੁਏਸ਼ਨ ਹੈ ਉਹਦੇ ਰੂਟਸ ਫਾਈਂਡ ਆਊਟ ਕਰ ਸਕਦੇ ਹੋ। ਇਹਨਾਂ ਨੂੰ ਇੱਕ ਵਾਰੀ ਹੋਰ ਦੇਖ ਲਓ ਧਿਆਨ ਦੇ ਨਾਲ। ਜਿਵੇਂ ਮੰਨ ਲਓ ਕਿ ਇੱਕ ਰੀਅਲ ਤੇ ਡਿਫਰੈਂਟ ਰੂਟ ਆਇਆ ਹੈ ਨਾ, ਤਾਂ ਉਹਦੇ ਕਰਸਪੋਂਡਿੰਗ ਜਿਹੜਾ ਪਾਰਟ ਹੈ ਉਹ ਹੈਗਾ c1 e raised to power m1x। ਅਗਰ ਤੁਹਾਡੇ ਕੋਲ m1 ਦੋ ਵਾਰੀ ਆ ਗਿਆ ਤਾਂ ਤੁਸੀਂ ਉਹਨੂੰ ਕਿਵੇਂ ਲਿਖੋਗੇ? e raised to power m1x c1 plus c2x ਮੀਨਸ ਇਹਦੇ ਵਿੱਚ ਆਪਾਂ ਦੋ ਕੌਂਸਟੈਂਟ ਕਵਰ ਕਰਾਂਗੇ। ਤੇ ਜੇ ਤੁਹਾਡੇ ਕੋਲੇ m1 ਤਿੰਨ ਵਾਰੀ ਆ ਗਿਆ ਤਾਂ ਤੁਸੀਂ ਉਹਦੇ ਵਿੱਚ ਤਿੰਨ ਕੌਂਸਟੈਂਟਸ ਕਵਰ ਕਰੋਗੇ। ਕਿਵੇਂ? ਇਹਨੂੰ ਤਾਂ ਚਲੋ ਇੱਕ ਵਾਰੀ ਲਿਖਾਂਗੇ ਆਪਾਂ e raised to power m1x ਨੂੰ, ਹੈ ਨਾ। ਫਿਰ ਆਪਾਂ ਲਿਖਾਂਗੇ c1 plus c2x plus 3c3x ਸਕੁਏਅਰ ਤੱਕ, ਮੀਨਸ ਇਹਦੇ ਵਿੱਚ ਆਪਾਂ ਇੱਕ x ਹੋਰ ਲਾ ਦਾਂਗੇ। ਅਗਰ ਤੁਹਾਡੇ ਕੋਲ ਆ ਜਾਂਦਾ ਕੰਪਲੈਕਸ ਰੂਟ ਵਿਦ ਐਂਡ ਡਿਫਰੈਂਟ ਰੂਟਸ ਮੀਨਸ ਅਲਫਾ ਪਲਸ ਮਾਈਨਸ ਆਈਟਾ ਬੀਟਾ, ਤਾਂ ਤੁਸੀਂ ਉਹਨੂੰ ਲਿਖੋਗੇ e raised to power alpha x c1 cos beta x plus c2 sin beta x। ਬਟ ਅਗਰ ਤੁਹਾਡੇ ਕੋਲ ਕੰਪਲੈਕਸ ਰੂਟ ਵੀ ਰਿਪੀਟ ਕਰ ਗਏ ਫਿਰ ਤੁਸੀਂ ਉੱਦਾਂ ਹੀ c1 ਦੀ ਜਗ੍ਹਾ 'ਤੇ ਲਿਖੋਗੇ c1 plus c2x, c2 ਦੀ ਜਗ੍ਹਾ 'ਤੇ ਲਿਖੋਗੇ c3 plus c4x। ਠੀਕ ਹੈ ਰਾਜੇ, ਇਹ ਸੀਗਾ ਵੇ ਜਿਹਦੇ ਵਿੱਚ ਤੁਸੀਂ ਆਪਣੇ ਇਕੁਏਸ਼ਨਸ ਦੇ ਜਨਰਲ ਸੋਲਿਊਸ਼ਨਸ ਫਾਈਂਡ ਆਊਟ ਕਰਕੇ ਦਿਖਾਣੇ ਨੇ। ਕੁਛ ਇਹਦੇ ਨਾਲ ਰਿਲੇਟਡ ਐਗਜ਼ਾਮਪਲਸ ਕਰਦੇ ਹਾਂ। ਜਿਵੇਂ ਫਸਟ ਐਗਜ਼ਾਮਪਲ ਬੱਚੇ ਤੁਹਾਨੂੰ ਦਿੱਤੀ ਹੋਈ ਹੈ। ਫਸਟ ਐਗਜ਼ਾਮਪਲ ਹੈਗੀ ਹੈ ਰਾਜੇ ਤੁਹਾਡੇ ਕੋਲੇ d ਸਕੁਏਅਰ y ਅਪੋਨ dx ਸਕੁਏਅਰ ਮਾਈਨਸ 4 ਇੰਟੂ dy ਬਾਈ dx ਪਲਸ 3y ਇਕੁਅਲ ਟੂ 0। ਸਭ ਤੋਂ ਪਹਿਲਾਂ ਤੁਸੀਂ ਇਹਦੀ ਸਿੰਬੋਲਿਕ ਫੋਰਮ ਕ੍ਰੀਏਟ ਕਰੋ। ਜਿਹੜੀ ਇਹਦੀ ਸਿੰਬੋਲਿਕ ਫੋਰਮ ਹੈ ਉਹ ਬਣੂਗੀ ਤੁਹਾਡੇ ਕੋਲੇ d ਸਕੁਏਅਰ ਮਾਈਨਸ 4d ਪਲਸ 3 ਇੰਟੂ y ਇਕੁਅਲ ਟੂ 0। ਠੀਕ ਹੈ, ਫਿਰ ਤੁਸੀਂ ਇਹਦੀ ਆਕਸਿਲਰੀ ਇਕੁਏਸ਼ਨ ਕ੍ਰੀਏਟ ਕਰਨੀ ਹੈ। ਆਕਸਿਲਰੀ ਇਕੁਏਸ਼ਨ ਦੇ ਵਿੱਚ ਤੁਸੀਂ ਇਹ y ਨੂੰ ਨਿਗਲੈਕਟ ਕਰ ਦੇਣਾ, ਮੀਨਸ ਸਿਰਫ ਲਿਖਣਾ d ਸਕੁਏਅਰ ਮਾਈਨਸ 4d ਪਲਸ 3 ਇਕੁਅਲ ਟੂ 0। ਇਸ ਆਕਸਿਲਰੀ ਇਕੁਏਸ਼ਨ ਦੇ ਫੈਕਟਰਾਈਜ਼ ਕਰਕੇ ਤੁਸੀਂ ਰੂਟਸ ਫਾਈਂਡ ਕਰ ਸਕਦੇ ਹੋ, ਜਿਹਦੇ ਇਹਦੇ ਰੂਟ ਬਣਨਗੇ d ਮਾਈਨਸ 1 ਐਂਡ d ਮਾਈਨਸ 3 ਇਕੁਅਲ ਟੂ 0। ਇਟ ਮੀਨਸ d ਦੀ ਵੈਲਿਊ ਆ ਗਈ ਇੱਕ 1 ਆ ਗਈ, ਇੱਕ 3 ਆ ਗਈ। ਤਾਂ ਹੁਣ ਤੁਸੀਂ ਦੇਖੋ ਕਿ ਜਿਹੜੀ ਆਕਸਿਲਰੀ ਇਕੁਏਸ਼ਨ ਦੇ ਦੋ ਰੂਟ ਆਏ ਨੇ ਉਹ ਡਿਫਰੈਂਟ ਆਏ ਨੇ, ਤਾਂ ਇਹਦਾ ਜਿਹੜਾ ਜਨਰਲ ਸੋਲਿਊਸ਼ਨ ਆ ਤੁਸੀਂ ਕਿਵੇਂ ਲਿਖਣਾ ਹੈ? c1 e raised to power 1x, ਇਹਦੇ ਵਿੱਚੋਂ ਜਿਹੜੀ m1 ਦੀ ਵੈਲਿਊ ਆਈ ਹੈ, ਦੈਨ c2 e raised to power 3x। ਤਾਂ ਇਹ ਬਣ ਗਿਆ ਤੁਹਾਡੇ ਕੋਲੇ ਜਨਰਲ ਸੋਲਿਊਸ਼ਨ ਇਸ ਆਕਸਿਲਰੀ ਡਿਫਰੈਂਸ਼ੀਅਲ ਇਕੁਏਸ਼ਨ ਦਾ। ਠੀਕ ਹੈ ਬੱਚੇ, ਤੇ ਨੈਕਸਟ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਕਰਕੇ ਦਿਖਾਣੀ ਆ ਜਿਹਦੇ ਵਿੱਚ ਰੂਟ ਰਿਪੀਟ ਕਰਨਗੇ। ਜਿਵੇਂ ਤੁਹਾਡੇ ਕੋਲੇ ਹੈਗੀ ਹੈ d ਕਿਊਬ y ਅਪੋਨ dx ਸਕੁਏਅਰ ਮਾਈਨਸ 3 d ਸਕੁਏਅਰ y ਅਪੋਨ dx ਸਕੁਏਅਰ ਪਲਸ 4y ਇਕੁਅਲ ਟੂ 0। ਤਾਂ ਸਭ ਤੋਂ ਪਹਿਲਾਂ ਤੁਸੀਂ ਇਹਦੀ ਆਕਸਿਲਰੀ ਇਕੁਏਸ਼ਨ ਜਦੋਂ ਬਣਾਓਗੇ ਤਾਂ ਉਹ ਬਣੂਗੀ 3d ਕਿਊਬ ਮਾਈਨਸ 3d ਸਕੁਏਅਰ ਪਲਸ 4 ਇਕੁਅਲ ਟੂ 0। ਇਹਦੇ ਫੈਕਟਰ ਬਣਾਓ, ਉਹ ਬਣਨਗੇ d ਪਲਸ 1 d ਮਾਈਨਸ 2 ਦਾ ਹੋਲ ਸਕੁਏਅਰ ਇਕੁਅਲ ਟੂ 0, ਮੀਨਸ d ਦੀ ਵੈਲਿਊ ਆ ਗਈ ਮਾਈਨਸ 1 ਐਂਡ 2 2। ਠੀਕ ਹੈ, ਤਾਂ ਜਿਹੜਾ ਤਾਂ ਮਾਈਨਸ 1 ਹੈ ਉਹਦੇ ਕਰਸਪੋਂਡਿੰਗ ਤਾਂ ਇੱਕੋ ਹੀ ਫੈਕਟਰ ਆਊਗਾ, ਮੀਨਸ ਕਿ ਤੁਸੀਂ ਜਦੋਂ ਇਹਦਾ ਸੋਲਿਊਸ਼ਨ ਲਿਖੋਗੇ c1 e raised to power ਮਾਈਨਸ x ਲਿਖ ਦੋਗੇ। ਬਟ ਜਦੋਂ ਤੁਸੀਂ 2 ਲਿਖਣਾ ਹੈ e raised to power 2x ਲਿਖਣਾ ਹੈ ਤਾਂ ਉਹਦੇ ਨਾਲ c2 ਪਲਸ c3x ਲਿਖ ਦੇਣਾ ਹੈ। ਉਹਦੇ ਨਾਲ ਇਕੱਲਾ ਆਪਾਂ c2 ਨਹੀਂ ਲਵਾਂਗੇ, ਕਿਉਂਕਿ ਜਿਹੜਾ 2 ਆ ਉਹ ਦੋ ਵਾਰੀ ਆਉਂਦਾ। ਅਗਰ ਇਹੀ ਸਪੋਜ਼ ਕਰੋ 3 ਵਾਰੀ ਆ ਗਿਆ ਹੁੰਦਾ ਹੈ ਨਾ, ਫਿਰ ਆਪਾਂ ਲਿਖਦੇ e raised to power 2x c1 ਪਲਸ c2x ਪਲਸ c3x ਦਾ ਸਕੁਏਅਰ ਲਿਖ ਦਿੰਦੇ। ਠੀਕ ਹੈ ਨਾ ਰਾਜੇ, ਤਾਂ ਇਸ ਤਰੀਕੇ ਨਾਲ ਤੁਸੀਂ ਜਿਹੜੇ ਹੈਗੇ ਆ ਉਹ ਰੂਟ ਡਿਫਾਈਨ ਕਰ ਲੈਣੇ ਨੇ, ਜਨਰਲ ਸੋਲਿਊਸ਼ਨ ਲਿਖ ਦੋਗੇ। ਤੇ ਫਿਰ ਆ ਜਾਂਦਾ ਕਿ ਇੱਕ ਮੈਥਡ ਹੈਗਾ ਕਿ ਜਿਹਦੇ ਵਿੱਚ ਜਿਹੜੇ ਰੂਟ ਨੇ ਉਹ ਤੁਹਾਡੇ ਕੋਲੇ ਕੰਪਲੈਕਸ ਆਣਗੇ। ਕੰਪਲੈਕਸ ਰੂਟ ਨੂੰ ਤੁਸੀਂ ਕਿਵੇਂ ਸੋਲਵ ਕਰਨਾ ਹੈ? ਕੰਪਲੈਕਸ ਰੂਟ ਨੂੰ ਸੋਲਵ ਕਰਨ ਲੱਗੇ ਜਿਵੇਂ ਤੁਹਾਡੇ ਕੋਲੇ ਇਕੁਏਸ਼ਨ ਹੈਗੀ ਹੈ, ਸਪੋਜ਼ ਕਰੋ ਮੈਂ ਸਿੱਧੀ ਆਕਸਿਲਰੀ ਇਕੁਏਸ਼ਨ ਲਿਖ ਰਹੀ ਹਾਂ, ਜਿਵੇਂ d ਸਕੁਏਅਰ ਪਲਸ 4d ਪਲਸ 13 ਇਕੁਅਲ ਟੂ 0। ਤਾਂ ਜਦੋਂ ਤੁਸੀਂ ਇਹਦੇ ਫੈਕਟਰ ਬਣਾਓਗੇ ਤਾਂ d ਦੀ ਵੈਲਿਊ ਆ ਜੂਗੀ ਤੁਹਾਡੇ ਕੋਲੇ ਮਾਈਨਸ 4 ਪਲਸ ਮਾਈਨਸ ਅੰਡਰ ਰੂਟ 16 ਮਾਈਨਸ 52। ਇੱਥੇ ਮੈਂ ਡਿਸਕ੍ਰਿਮੀਨੈਂਟ ਵਾਲਾ ਫਾਰਮੂਲਾ ਅਪਲਾਈ ਕੀਤਾ, ਤਾਂ ਇਹਨੂੰ ਸੋਲਵ ਕਰਕੇ ਤੁਹਾਡੇ ਕੋਲੇ ਵੈਲਿਊ ਆ ਗਈ ਮਾਈਨਸ 4 ਪਲਸ ਮਾਈਨਸ ਆਈਟਾ 6/2 ਮੀਨਸ ਮਾਈਨਸ 2 ਪਲਸ ਮਾਈਨਸ 3 ਆਈਟਾ। ਤਾਂ ਇਹਦਾ ਜਿਹੜਾ ਜਨਰਲ ਸੋਲਿਊਸ਼ਨ ਹੈ ਉਹ ਤੁਸੀਂ ਲਿਖਣਾ ਹੈ e raised to power ਮਾਈਨਸ 2x। ਇਹਦਾ ਰੀਅਲ ਪਾਰਟ ਨੂੰ e ਦੀ ਪਾਵਰ ਦੇ ਵਿੱਚ ਲਿਖ ਦੇਣਾ, ਤੇ ਜਿਹੜਾ ਇਹਦਾ ਕੰਪਲੈਕਸ ਪਾਰਟ ਹੈ 3 ਉਹਨੂੰ ਤੁਸੀਂ ਲਿਖਣਾ c1 cos 3x ਪਲਸ c2 sin of 3x। ਠੀਕ ਹੈ ਰਾਜੇ, ਤਾਂ ਇਹ ਆ ਗਿਆ ਇਹਦਾ ਜਨਰਲ ਸੋਲਿਊਸ਼ਨ। ਅਗਰ ਤੁਹਾਡੇ ਕੋਲ ਕੰਪਲੈਕਸ ਰੂਟ ਆ ਜਾਂਦਾ ਤਾਂ ਉਹਦਾ ਜਨਰਲ ਸੋਲਿਊਸ਼ਨ ਇਸ ਫਾਰਮ ਦੇ ਵਿੱਚ ਐਕਸਪ੍ਰੈਸ ਕਰੋਗੇ। ਨੈਕਸਟ ਆ ਜਾਂਦਾ ਬੱਚੇ ਤੁਹਾਡੇ ਕੋਲ 5th ਜਿਹੜੀ ਐਗਜ਼ਾਮਪਲ ਹੈ ਉਹਦੇ ਵਿੱਚ ਵੀ ਸੇਮ ਇੱਦਾਂ ਹੀ ਹੈ
कि प्लस माइनस एम एंड प्लस माइनस आइटा एम। हुण तुसीं देखो कि इहदे विच एम माइनस एम आइटा एम एंड माइनस एम, तो जिहड़े आइटा वाले रूट आ तो चलो दो आपां इकट्ठे ही कवर कर दिंदे हुंदे आ, बट जिहड़े रियल वाले ने उन्हां नूं तुसीं अलग अलग लिख सकदे हो, है ना। तो इस तरीके नाल बच्चे तुसीं सोल्यूशनस जिहड़े ने वो कर लेने ने। नैक्सट एक लास्ट एग्जाम्पल है 7th, जिहदे विच ना तुहानूं इनीशियल्स दित्तियां होईयां ने, मतलब कुछ पर्टिकुलर वैल्यूज़ दित्तियां होईयां ने, जिवें देखो वाई डबल डैश माइनस 3y डैश प्लस 2y इक्वल टू 0 नाल कंडीशनस दे रखियां ने कि ਜਦੋਂ ਤੁਸੀਂ y ਦੇ ਵਿੱਚ 0 ਪੁੱਟ ਕਰੋਗੇ ਤਾਂ 0 ਆਊਗਾ, ਜਦੋਂ ਤੁਸੀਂ ਫਸਟ ਡੈਰੀਵੇਟਿਵ ਦੇ ਵਿੱਚ 0 ਪੁੱਟ ਕਰੋਗੇ ਤਾਂ ਵੀ 0 ਆਊਗਾ। ਜਿਹੜੀਆਂ ਇਹ ਕੰਡੀਸ਼ਨਸ ਨੇ ਉਹ ਇਹਨਾਂ ਕਨਸਟੈਂਟ ਦੀਆਂ ਪਰਟੀਕੂਲਰ ਵੈਲਿਊਜ਼ ਫਾਈਂਡ ਕਰਨ ਲਈ ਹੁੰਦੀਆਂ ਨੇ। ਤਾਂ ਇਹਨਾਂ ਕੰਡੀਸ਼ਨਸ ਨੂੰ ਜਦੋਂ ਤੁਸੀਂ ਆਪਣਾ ਜਨਰਲ ਸੋਲੂਸ਼ਨ ਕੱਢ ਕੇ ਉਸ ਤੋਂ ਬਾਅਦ ਇਹਨਾਂ ਕੰਡੀਸ਼ਨਸ ਨੂੰ ਯੂਜ਼ ਕਰੋਗੇ ਤਾਂ ਜਿਹੜੇ ਕਨਸਟੈਂਟ ਤੁਸੀਂ ਯੂਜ਼ ਕਰੋਗੇ ਜਨਰਲ ਸੋਲੂਸ਼ਨ ਦੇ ਵਿੱਚ ਉਹਨਾਂ ਦੀਆਂ ਪਰਟੀਕੂਲਰ ਵੈਲਿਊਜ਼ ਆ ਜਾਣਗੀਆਂ, ਠੀਕ ਹੈ ਨਾ। ਜਿਵੇਂ ਸਭ ਤੋਂ ਪਹਿਲਾਂ ਤੁਸੀਂ ਇਹਦੀ ਐਗਜ਼ਲਰੀ ਇਕੁਏਸ਼ਨ ਬਣਾਈ d² ਮਾਈਨਸ 3d ਪਲਸ 2 ਇਕੁਅਲ ਟੂ 0, ਇਹਦੇ ਰੂਟ ਆ ਗਏ 1 ਐਂਡ 2। ਤੁਸੀਂ ਇਹਦਾ ਜਨਰਲ ਸੋਲੂਸ਼ਨ ਲਿਖਿਆ c1 e ਰੇਜ਼ ਟੂ ਪਾਵਰ x ਪਲਸ c2 e ਰੇਜ਼ ਟੂ ਪਾਵਰ 2x, ਤਾਂ ਇਹ ਇਹਦਾ ਜਨਰਲ ਸੋਲੂਸ਼ਨ ਆ ਗਿਆ। ਉਸ ਤੋਂ ਬਾਅਦ ਤੁਹਾਨੂੰ ਕੰਡੀਸ਼ਨਸ ਗਿਵਨ ਸੀ y0 ਇਕੁਅਲ ਟੂ 0 y ਡੈਸ਼ 0 ਇਕੁਅਲ ਟੂ 0। ਤੁਸੀਂ ਇਹਦਾ ਡੈਰੀਵੇਟਿਵ ਫਾਈਂਡ ਕੀਤਾ। ਇੱਕ ਵਾਰੀ ਕੀ ਕਰੋ, ਇਹਦੇ ਵਿੱਚ 0 ਪੁੱਟ ਕਰਕੇ ਇਕੁਅਲ ਟੂ 0 ਰੱਖ ਲਓ, ਇੱਕ ਵਾਰੀ y ਡੈਸ਼ ਦੇ ਵਿੱਚ 0 ਪੁੱਟ ਕਰਕੇ ਇਕੁਅਲ ਟੂ 0 ਰੱਖ ਲਓ। ਤੁਹਾਡੇ ਕੋਲ ਦੋ ਇਕੁਏਸ਼ਨਸ ਬਣ ਗਈਆਂ c1 ਤੇ c2 ਦੇ ਵਿੱਚ। ਜਦੋਂ ਤੁਸੀਂ ਇਹਨਾਂ ਦੋਨੋਂ ਇਕੁਏਸ਼ਨਸ ਨੂੰ ਆਪਸ ਦੇ ਵਿੱਚ ਸੋਲਵ ਕਰੋਗੇ ਤੁਹਾਡੇ ਕੋਲ c1 ਤੇ c2 ਦੋਹਾਂ ਦੀ ਵੈਲਿਊ 0 ਆ ਗਈ, ਤੇ ਜਿਹੜੀ ਦੋਹਾਂ ਦੀ ਵੈਲਿਊ 0 ਆ ਗਈ ਤੁਸੀਂ ਉਹਨੂੰ ਆਪਣੇ ਜਨਰਲ ਸੋਲੂਸ਼ਨ 'ਚ ਪੁੱਟ ਕਰੋ ਤਾਂ ਤੁਹਾਡੇ ਕੋਲ ਸਿਰਫ ਇੱਕੋ ਹੀ ਸਿੰਗੂਲਰ ਸੋਲੂਸ਼ਨ ਰਹਿ ਗਿਆ y ਇਕੁਅਲ ਟੂ 0। ਇਹਨੂੰ ਆਪਾਂ ਪਰਟੀਕੂਲਰ ਸੋਲੂਸ਼ਨ ਕਹਿ ਦਿੰਦੇ ਹੁੰਦੇ ਆ। ਤਾਂ ਇਸ ਤਰੀਕੇ ਨਾਲ ਬੱਚੇ ਤੁਸੀਂ ਆਪਣੀ ਡਿਫਰੈਂਸ਼ੀਅਲ ਇਕੁਏਸ਼ਨ ਜਿਹੜੀ ਕਿ ਲੀਨੀਅਰ ਇੱਕ ਹੋਊਗੀ ਪਲੱਸ ਉਹਦੇ ਕੌਨਸਟੈਂਟ ਕੋਫੀਸ਼ੀਐਂਟਸ ਹੋਣਗੇ ਤਾਂ ਉਹਨਾਂ ਦੇ ਸੋਲੂਸ਼ਨ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਫਾਈਂਡ ਆਊਟ ਕਰ ਲੈਣਾ, ਠੀਕ ਹੈ ਰਾਜੇ। ਤਾਂ ਇਹਦੇ ਵਿੱਚੋਂ ਅਗਰ ਕੋਈ ਵੀ ਡਾਊਟ ਹੁੰਦਾ ਰਾਜੇ ਕਿਸੇ ਨੂੰ ਤਾਂ ਤੁਸੀਂ ਕਲੀਅਰ ਕਰ ਲਿਓ। ਇਹਦੇ ਨਾਲ ਰਿਲੇਟਡ ਐਕਸਰਸਾਈਜ਼ ਵੀ ਤੁਹਾਡੀ ਬੁੱਕ ਦੇ ਵਿੱਚ ਦਿੱਤੀ ਹੋਈ ਹੈ, ਜਿਹਦੇ ਵਿੱਚ ਤੁਹਾਡੇ ਕੋਲ ਆਲਮੋਸਟ 12 ਕੁਐਸਚਨਸ ਹੈਗੇ ਆ। ਇਹਨਾਂ 12 ਦੇ ਵਿੱਚੋਂ ਮੈਕਸੀਮਮ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿ ਜੋ ਵੀ ਐਕਸਰਸਾਈਜ਼ ਦੇ ਕੁਐਸਚਨਸ ਹੁੰਦੇ ਨੇਗੇ, ਠੀਕ ਹੈ ਰਾਜੇ। ਤੇ ਓਕੇ।